ਆਓ ਸੁਣਦੇ ਹਾਂ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ। ਜੇ ਪਿਛਾਂਹ ਮੁੜ ਕੇ ਦੇਖਾਂ ਤਾਂ ਸਭ ਤੋਂ ਪਹਿਲਾਂ ਉਹ ਅਮੀਰ ਘਰ ਯਾਦ ਆਉਂਦਾ ਹੈ ਜਿੱਥੇ ਇੱਕ ਗਰੀਬਣੀ ਜਿਹੀ ਔਰਤ ਰਹਿੰਦੀ ਸੀ ਜਿਸ ਨੂੰ ਮੈਂ ਮਾਂ ਆਖਦੀ ਸੀ, ਤੇ ਉਹ ਬਾਪੂ ਜੀ ਦੀ ਵੀ ਮਾਂ ਸੀ। ਅਮੀਰ ਘਰ ਵਿੱਚ ਗਰੀਬਣੀ ਜਿਹੀ ਔਰਤ ਕਿਸ ਤਰ੍ਹਾਂ ਆ ਗਈ ਮੈਂ ਨਹੀਂ ਜਾਣਦੀ। ਸ਼ਾਇਦ ਇਸ ਲਈ ਕਿ ਬਾਬਾ ਜੀ ਦਾ ਉਹ ਪਹਿਲਾ ਵਿਆਹ ਨਹੀਂ ਸੀ, ਸ਼ਾਇਦ ਇਸ ਲਈ ਕਿ ਉਹਨਾਂ ਦਾ ਘਰ ਐਡਾ ਵੱਡਾ ਸੀ ਕਿ ਹੁਣ ਕਿਸੇ ਵੱਡੇ ਘਰ ਨਾਲ ਰਿਸ਼ਤਾ ਜੋੜਨਾ ਉਹਨਾਂ ਲਈ ਕੋਈ ਖਾਸ ਅਰਥ ਨਹੀਂ ਸੀ ਰੱਖਦਾ। ਸ਼ਾਇਦ ਉਹ ਜਾਣਦੇ ਸਨ ਕਿ ਵੱਡੀਆਂ ਔਰਤਾਂ ਬਣਨ ਦੀ ਸਮਰੱਥਾ ਬਹੁਤੇ ਵੱਡਿਆਂ ਘਰਾਂ ਦੀਆਂ ਕੁੜੀਆਂ ਵਿੱਚ ਨਹੀਂ ਹੁੰਦੀ। ਸ਼ਾਇਦ ਉਸ ਔਰਤ ਦਾ ਰੰਗ ਰੂਪ ਉਸ ਵੱਡੇ ਘਰ ਦੇ ਮੇਚਦਾ ਸੀ। ਇਸ ਲਈ ਪਿੰਡ ਦੇ ਇਸ 7 ਚੁਬਾਰਿਆਂ ਵਾਲੇ ਅਮੀਰ ਘਰ ਵਿੱਚ ਜਿੱਥੇ ਸ਼ੀਸ਼ੇ ਲੱਗੇ ਹੋਏ ਸਨ, ਬਲੌਰ ਲੱਗੇ ਹੋਏ ਸਨ, ਜਿੱਥੇ ਸੋਨਾ ਤੱਕੜੀਆਂ ਨਾਲ ਤੋਲਿਆ ਜਾਂਦਾ ਸੀ, ਉਸ ਕੋਲ ਦੀਵਾ ਸਲਾਈ ਦੀ ਡੱਬੀ ਮੰਗਾਉਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ। ਕਿੰਨੇ ਦਿਨ ਉਹ ਪੈਸੇ ਮੰਗਣ ਦਾ ਹੌਸਲਾ ਨਾ ਕਰ ਸਕਦੀ ਤੇ ਹਾਰੇ ਵਿੱਚ ਪਾਥੀ ਦੱਬ ਕੇ ਦੂਜੇ ਡੰਗ ਲਈ ਅੱਗ ਸਾਂਭਦੀ ਰਹਿੰਦੀ। ਜਦੋਂ ਤੇਰੀ ਵੱਡੀ ਬੂਆ ਜੀ ਦਾ ਵਿਆਹ ਸੀ ਤਾਂ ਮਲੌਦ ਵਾਲੇ ਰਾਜੇ ਨੇ ਰੋਟੀ ਕੀਤੀ ਸੀ ਸਾਰੀ ਬਰਾਤ ਨੂੰ। ਆਪਣੇ ਪਿੰਡ ਤੋਂ ਲੈ ਕੇ ਮਲੌਦ ਤਾਈਂ 3 ਕੋਹਾਂ ਵਿੱਚ ਜਾਨੀ ਜੰਨ ਸੀ। ਰੱਥ, ਘੋੜੇ, ਹਾਥੀ ਤੇ ਮੋਟਰ ਕਾਰਾਂ। ਆਪਣੇ ਪਿੰਡਾਂ ਦਿਆਂ ਲੋਕਾਂ ਨੇ ਉਦੋਂ ਪਹਿਲੀ ਵਾਰ ਮੋਟਰ ਕਾਰਾਂ ਦੇਖੀਆਂ ਸੀ। ਉਹ ਮੈਨੂੰ ਇਉਂ ਦੱਸਦੀ ਜਿਵੇਂ ਕੋਈ ਬਾਤ ਪਾ ਰਹੀ ਹੋਵੇ, ਤੇ ਮੰਗਤੇ ਨੂੰ ਖੈਰ ਪਾਉਂਦਿਆਂ ਉਹ ਤਰਹਿ ਕੇ ਆਲੇ ਦੁਆਲੇ ਦੇਖਦੀ, ਖੈਰ ਪਾਉਂਦੀ ਉੱਚੀ ਆਖਦੀ, ਜਾ ਬਾਬਾ ਗਾਹਾਂ ਜਾ। ਤੁਰ ਪੈਂਦੇ ਨੇ ਬਗਲੀਆਂ ਪਾ ਕੇ, ਬਈ ਕੋਈ ਕੰਮ ਕਰੋ ਜਾ ਕੇ, ਰੱਬ ਨੇ ਹੱਥ ਪੈਰ ਦਿੱਤੇ ਨੇ। ਜਿਵੇਂ ਉਹ ਬਾਹਰ ਖੈਰ ਪਾਉਣ ਨਹੀਂ, ਸਾਧੂ ਨੂੰ ਸ਼ਸ਼ਕੇਰਨ ਹੀ ਗਈ ਹੋਵੇ। ਛੋਟੀ ਧੀ ਉਸ ਨੂੰ ਇਉਂ ਝਿੜਕਦੀ ਜਿਵੇਂ ਉਹ ਕੋਈ ਲਾਗਣ ਤੱਬਣ ਹੋਵੇ, ਤੇ ਮੁੰਡਾ ਉਸ ਦਾ ਕਈ ਵਾਰੀ ਇਸ ਗੱਲੋਂ ਤਲਖ ਹੋ ਜਾਂਦਾ ਕਿ ਉਹ ਨੰਗੇ ਪੈਰੀਂ ਤੁਰੀ ਫਿਰਦੀ ਸੀ। ਚੰਗੇ ਕੱਪੜੇ ਸੰਦੂਕ ਵਿੱਚ ਰੱਖ ਛੱਡਦੀ ਸੀ ਤੇ ਪਾਟੇ ਝਿੱਟੇ ਪਾਈ ਰੱਖਦੀ ਸੀ। ਉਹਨਾਂ ਸਾਹਮਣੇ ਉਹ ਚੁੱਪ ਰਹਿੰਦੀ, ਪਰ ਮੈਨੂੰ ਨਿੱਕੀ ਜਿਹੀ ਨੂੰ ਉਂਗਲੀ ਲਾਈ ਕੋਠੇ ਤੇ ਲਿਜਾ ਕੇ ਆਖਦੀ, ਲੈ ਹੈ ਕਮਲੇ, ਘਰ ਹੀ ਜੁੱਤੀ ਪਾਈ ਰੱਖੂਗੀ ਤਾਂ ਟੁੱਟ ਨਹੀਂ ਜਾਊਗੀ। ਨਾਲੇ ਚੰਗੇ ਲੀੜੇ ਤਾਂ ਆਉਣ ਜਾਣ ਨੂੰ ਰੱਖੀਦੇ ਨੇ। ਇਹ ਤਾਂ ਮੇਰੀ ਛੋਟੀ ਭੈਣ ਹੈ, ਬਾਪੂ ਜੀ ਮਖੌਲ ਨਾਲ ਮੈਨੂੰ ਆਖਦੇ। ਸ਼ਾਇਦ ਇਸ ਲਈ ਕਿ ਦਾਦੀ ਮਾਂ ਨੇ ਨਿੱਕੀ ਜਿਹੀ ਨੂੰ ਮੈਨੂੰ ਆਪਣਾ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ ਸੀ, ਤੇ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੇ ਲਈ ਦਾਦੀ ਮਾਂ ਦੇ ਦੁੱਧ ਉੱਤਰ ਆਇਆ ਸੀ। ਮੇਰੀ ਉਮਰ ਉਦੋਂ ਇਹਨਾਂ ਗੱਲਾਂ ਉੱਤੇ ਵਿਚਾਰ ਕਰਨ ਜੋਗੀ ਨਹੀਂ ਸੀ ਕਿ ਬੀਬੀ ਦੀ ਥਾਂ ਦਾਦੀ ਮਾਂ ਨੇ ਮੈਨੂੰ ਕਿਉਂ ਦੁੱਧ ਚੁੰਘਾਇਆ। ਭੋਰਾ ਕੁ ਜਿੰਨੀ ਮੈਂ ਜਦੋਂ ਕਿਸੇ ਗੱਲੋਂ ਮਾਂ ਦੀ ਹਮਾਇਤ ਵਿੱਚ ਖੜੋ ਜਾਂਦੀ ਤਾਂ ਬਾਬਾ ਜੀ ਨੂੰ ਗੁੱਸੇ ਵਿੱਚ ਵੀ ਹਾਸਾ ਆ ਜਾਂਦਾ। ਆਪਣੇ ਬਾਬਾ ਜੀ ਨੂੰ ਆਖ ਮੇਰੇ ਮਰਨ ਤੋਂ ਪਹਿਲਾਂ ਗੰਗਾ ਨਵਾ ਲਿਆਵੇ। ਉਸਨੇ ਇੱਕ ਦਿਨ ਜਦੋਂ ਮੈਨੂੰ ਆਖਿਆ ਤਾਂ ਮੈਂ ਕਿਹਾ, ਮਾਂ ਤੂੰ ਹੀ ਆਖ ਦੇ। ਉਸ ਦਿਨ ਬਾਬਾ ਜੀ ਨੂੰ ਆਪ ਆਖਣ ਦਾ ਹੌਸਲਾ ਕਰ ਲਿਆ। ਬੋਲੀ, ਗੁਲਾਬਪੁਰ ਦੇ ਬਾਪੂ ਜੀ, ਤੇਰੀ ਪੋਤੀ ਆਖਦੀ ਐ ਸਾਨੂੰ ਗੰਗਾ ਹੀ ਨਵਾ ਲਿਆ। ਜਾਗਟ ਪਾਉਂਦੇ ਬਾਬਾ ਜੀ ਜਦੋਂ ਮੁੜ ਕੇ ਉਸ ਵੱਲ ਝਾਕੇ ਤਾਂ ਉਹ ਜਿਵੇਂ ਥਥੜਾ ਗਈ। ਬੋਲੀ, ਨਹੀਂ, ਆਹੋ ਚੰਗਾ, ਤੇਰੀ ਮਰਜ਼ੀ ਐ, ਚੱਲਾਂਗੇ। ਜਦੋਂ ਬਾਬਾ ਜੀ ਨੇ ਆਖ ਦਿੱਤਾ ਤਾਂ ਉਹ ਸਾਰਾ ਦੁਪਹਿਰਾ ਕੋਠੀ ਵਿੱਚ ਕੁੱਜਿਆਂ ਵਿੱਚ ਪਾ ਕੇ ਰੱਖੇ ਸੰਦੂਕ 'ਚ ਲੀਰਾਂ ਬੰਨ੍ਹ ਕੇ ਲੁਕੋ ਰੱਖੇ ਪੈਸੇ ਲੱਭਦੀ ਰਹੀ, ਜਿਹੜੇ ਸੋਚਦੀ ਸੀ ਕਿ ਗੰਗਾ ਤੇ ਜਾ ਕੇ ਪੁੰਨਦਾਨ ਕਰਕੇ ਆਉਂਗੀ। ਨਹੀਂ ਲੱਭਦੇ ਤਾਂ ਰਹਿਣ ਦੇ ਮਾਂ, ਬਾਬਾ ਜੀ ਦੀ ਜੇਬ 'ਚ ਬਥੇਰੇ ਪੈਸੇ ਹੁੰਦੇ ਨੇ। ਜਦੋਂ ਕੁੜਤਾ ਲਾ ਕੇ ਕਿੱਲੇ ਤੇ ਟੰਗਣਗੇ ਮੈਂ ਕੱਢ ਕੇ ਲਿਆ ਦੂੰ। ਜਦੋਂ ਮੈਂ ਆਖਿਆ ਤਾਂ ਰਾਮ ਆਖਦੀ ਨੇ ਉਸਨੇ ਕੰਨਾਂ ਨੂੰ ਹੱਥ ਲਾਏ ਤੇ ਬੋਲੀ, ਚੋਰੀ ਨਹੀਂ ਕਰੀਦੀ ਕਦੇ, ਨਹੀਂ ਤਾਂ ਅਗਲੇ ਜਨਮ ਰੱਬ ਤੇਲ ਦੇ ਤਪਦੇ ਕੜਾਹੇ 'ਚ ਡੁਬੋਂਦਾ, ਅੰਗਿਆਰਾਂ ਤੋਂ ਦੀ ਤੋਰਦਾ, ਦਰਖਤ ਨਾਲ ਪੁੱਠੇ ਟੰਗ ਦਿੰਦਾ। ਜਮਦੂਤ ਕੋਰੜੇ ਮਾਰਦੇ ਨੇ,
ਅਗਲੇ ਜਨਮ ਕੁੱਤੇ ਬਿੱਲੇ ਦੀ ਜੂਨ ਮਿਲਦੀ ਹੈ। ਤੇ ਮੈਂ ਭੈ-ਭੀਤ ਹੋ ਕੇ ਇਹ ਸਭ ਸੁਣਦੀ ਰਹੀ। ਤੇ ਇੱਕ ਵਾਰੀ ਨਾਭੇ ਜਾਣ ਲੱਗੇ ਬਾਬਾ ਜੀ ਉਸ ਨੂੰ ਗਿਣ ਕੇ 100 ਰੁਪਈਏ ਫੜਾ ਗਏ ਕਿ ਮੇਰੇ ਪਿੱਛੋਂ ਪਟਿਆਲਿਓਂ ਵੱਡੀ ਬੀਬੀ ਤੇ ਪ੍ਰਾਹੁਣਾ ਨਾ ਆ ਜਾਣ। ਲੀਰ 'ਚ ਬੰਨੀ ਕਦੇ ਉਹ ਰੁਪਈਆਂ ਨੂੰ ਉਹ ਕੋਠੀ 'ਚ ਰੱਖ ਦੇਵੇ, ਕਦੇ ਸੰਦੂਕ 'ਚ ਤੇ ਕਦੇ ਤੂੜੀ ਹੇਠਾਂ ਲੁਕੋ ਕੇ ਆਵੇ। ਸਾਰਾ ਦਿਨ ਉਸ ਨੂੰ ਪਤਾ ਹੀ ਨਾ ਲੱਗੇ ਕਿ ਇੰਨੇ ਸਾਰੇ ਰੁਪਏ ਉਹ ਕਿੱਥੇ ਰੱਖੇ। ਰਾਤ ਨੂੰ ਉਸਨੇ ਸਿਰਹਾਣੇ ਰੱਖ ਲਏ। ਸਾਰੀ ਰਾਤ ਨੀਂਦ ਨਾ ਆਏ। ਸਵੇਰੇ ਮੈਨੂੰ ਆਖਣ ਲੱਗੀ, ਤਾਂ ਹੀ ਤਾਂ ਸਾਧੂ ਮਹਾਤਮਾ ਆਖਦੇ ਨੇ ਬਈ ਬਹੁਤੀ ਮਾਇਆ ਤਾਂ ਸੰਤਾਪ ਦਾ ਘਰ ਹੈ। ਹੁਣ ਮੈਂ ਕੰਮ ਧੰਦਾ ਵੀ ਕਰਨਾ, ਕਿੱਥੇ ਰੱਖਾਂ ਰੁਪਏ? ਡਰ ਲੱਗਦਾ ਕਿਧਰੇ ਖੋ ਨਾ ਜਾਣ। ਮੇਰੇ ਤਾਂ ਮਾਪੇ ਭਰਨ ਜੋਗੇ ਵੀ ਨਹੀਂ। ਮੈਂ ਕਿਹਾ ਆਪਾਂ ਹੱਟੀਓਂ ਚੀਜ਼ਾਂ ਲਿਆਉਂਦੇ ਹਾਂ, ਸੀਖਾਂ ਦੀਆਂ ਡੱਬੀਆਂ ਦੀ ਬੋਰੀ, ਚਾਹ ਦੀ ਬੋਰੀ, ਲੂਣ ਵਸਾਰ ਦੀ ਇੱਕ ਬੋਰੀ, ਬੋਸਕੀ ਦੇ ਕੱਪੜੇ, ਰੰਗਾਂ ਦੇ ਪੀਪੇ ਤੇ ਇੱਕ ਬੋਰੀ ਖੰਡ ਖੇਲਣਿਆਂ ਦੀ, ਅਖਰੋਟਾਂ ਦੀ, ਬਦਾਮਾਂ ਦੀ। ਜਿੰਨੀਆਂ ਕੁ ਹੱਟੀ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਮੈਨੂੰ ਪਤਾ ਸੀ ਮੈਂ ਗਿਣਾ ਦਿੱਤੀਆਂ। ਉਹ ਹੈਰਾਨ ਹੋਈ ਮੇਰੇ ਵੱਲ ਝਾਕਦੀ ਰਹੀ ਤੇ ਫੇਰ ਬੋਲੀ, ਮੈਂ ਮਰ ਜਾਂ, ਕਿੱਡਾ ਦਿਲ ਹੈ ਤੇਰਾ। ਆਹੋ ਖੋਮ ਕਿਹੜੇ ਦੀ ਐ? ਪਰ ਨਾ ਮੇਰੀ ਧੀ, ਸਭ ਗੱਲਾਂ ਰਾਹ ਦੀਆਂ ਹੀ ਚੰਗੀਆਂ ਹੁੰਦੀਆਂ ਨੇ। ਨਾਲੇ ਬੰਦੇ ਨੂੰ ਧਰਮ ਰਾਜ ਕੋਲ ਪਾਈ ਦਾ ਹਿਸਾਬ ਦੇਣਾ ਪੈਂਦਾ। ਪਿਛਲੇ ਕਰਮ ਇੱਥੇ ਭੋਗਦੇ ਆਂ ਤੇ ਹੁਣ ਦੇ ਗਾਹਾਂ ਭੁਗਤਾਂਗੇ। ਉਸ ਡਾਡੇ ਤੋਂ 7 ਵੇਲੇ ਡਰੀਏ, ਨਿਉ ਕੇ ਰਹੀਏ। ਧਰਤੀ ਅਸਮਾਨ ਸਭ ਸਬਰ ਸੰਤੋਖ ਦੇ ਬੰਨੇ ਖੜੇ ਨੇ, ਨਹੀਂ ਤਾਂ ਇਹ ਨਾ ਆਪਣਾ ਰਾਹ ਛੱਡ ਤੁਰਨ, ਪਰਲੋ ਨਾ ਆ ਜੇ ਜੱਗ ਤੇ ਹੋਰ ਪਤਾ ਨਹੀਂ ਕੀ ਕੁਝ ਆਖਦੀ ਰਹੀ। ਤੇ ਇਉਂ ਉਸ ਅਮੀਰ ਘਰ ਵਿੱਚ ਰਹਿੰਦੀ ਬਹੁਤ ਗਰੀਬ ਔਰਤ ਦਾ ਬਹੁਤ ਕੁਝ ਮੈਨੂੰ ਯਾਦ ਹੈ। ਯਾਦ ਹੀ ਨਹੀਂ, ਉਸਦਾ ਬਹੁਤ ਕੁਝ ਮੇਰੇ ਅੰਦਰ ਜਿਉਂਦਾ ਹੈ, ਜਿਹੜਾ ਸ਼ਾਇਦ ਉਹ ਆਪਣੇ ਦੁੱਧ ਨਾਲ ਮੈਨੂੰ ਦੇ ਗਈ। ਨੰਗੇ ਪੈਰੀਂ ਫਿਰਨਾ ਮੈਨੂੰ ਬੇਹੱਦ ਪਸੰਦ ਹੈ। ਜੁੱਤੀ ਨੂੰ ਟੁੱਟਣ ਤੋਂ ਬਚਾਈ ਰੱਖਣਾ ਭਾਵੇਂ ਇਸ ਦਾ ਕਾਰਨ ਨਹੀਂ, ਕਈ ਤਰ੍ਹਾਂ ਦੇ ਭੋਜਨ ਪਦਾਰਥਾਂ ਜਾਂ ਚਟਨੀ ਨਾਲ ਰੋਟੀ ਖਾ ਲੈਣ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ। ਪਾਪੀਆਂ ਦਾ ਤੱਤੇ ਤੇਲ ਦੇ ਕੜਾਹੇ ਵਿੱਚ ਤਲਿਆ ਜਾਣਾ, ਅੰਗਿਆਰਾਂ ਉੱਤੇ ਤੁਰਨਾ, ਪੁੱਠੇ ਲਟਕੇ ਹੋਣਾ ਤੇ ਕੋਰੜੇ ਪੈਂਦੇ ਮੈਨੂੰ ਅੱਜ ਵੀ ਯਾਦ ਹਨ। ਜਾਣਦਿਆਂ ਹੋਇਆਂ ਵੀ ਕਿ ਪੈਸਾ ਕੰਮ ਦੀ ਚੀਜ਼ ਹੈ, ਪੈਸੇ ਲਈ ਕੋਈ ਮੋਹ ਨਹੀਂ ਉਪਜਦਾ। ਤੇ ਅੱਜ ਵੀ ਜਦੋਂ ਕਦੇ ਸਾਡੇ ਸ਼੍ਰੀਮਾਨ ਜੀ ਮਾੜਾ ਜਿਹਾ ਵੀ ਆਕੜ ਕੇ ਬੋਲਦੇ ਨੇ ਤਾਂ ਮੈਂ ਡਰ ਜਾਂਦੀ ਹਾਂ, ਭਾਵੇਂ ਜਾਣਦੀ ਹਾਂ ਡਰਨ ਵਾਲੀ ਕੋਈ ਗੱਲ ਨਹੀਂ। ਇਹ ਸ਼ਾਇਦ ਉਸ ਅਮੀਰ ਘਰ ਵਿੱਚ ਰਹਿਣ ਵਾਲੀ ਗਰੀਬ ਔਰਤ ਦਾ ਮੇਰੇ ਸਿਰ ਰਿਣ ਹੈ, ਉਸ ਘਰ ਦੀ ਧੀ ਹੋਣ ਕਰਕੇ ਜਿਹੜਾ ਮੈਂ ਚੁਕਾ ਰਹੀ ਹਾਂ। ਤੇ ਮੈਨੂੰ ਲੱਗਦਾ ਹੈ ਉਸ ਅਮੀਰ ਘਰ ਦੇ ਹਰ ਬੰਦੇ ਨੇ ਉਸ ਗਰੀਬ ਔਰਤ ਦਾ ਕੁਝ ਨਾ ਕੁਝ ਦੇਣਾ ਹੈ। ਪਟਿਆਲੇ ਵਾਲੇ ਭੂਆ ਜੀ ਦਾ ਪਿੰਡ ਆਉਣਾ ਇੱਕ ਵਿਸ਼ੇਸ਼ ਘਟਨਾ ਹੁੰਦੀ ਸੀ। ਨਿੱਕੇ ਜਿਹੇ ਇਸ ਰੱਬੋਂ ਨਾਂ ਦੇ ਪਿੰਡ ਤੱਕ ਨਾ ਕੋਈ ਸੜਕ ਪਹੁੰਚਦੀ ਸੀ, ਨਾ ਕੋਲੋਂ ਲੰਘਦੀ ਨਹਿਰ ਦਾ ਪਾਣੀ, ਨਾ ਇੱਥੇ ਕੋਈ ਸਕੂਲ ਸੀ, ਨਾ ਪੰਚਾਇਤ ਘਰ। ਸਰਦੀ ਖਤਰਾਣੀ ਦੀ ਤੇ ਲੇਖੂ ਬਾਣੀਏ ਦੀ ਬਸ 2 ਹੱਟੀਆਂ ਸਨ, ਜਿੱਥੋਂ ਲੂਣ ਮਿਰਚਾਂ ਰੰਗ ਤੇ ਪਤਾਸ਼ੇ ਆਦਿ ਮਿਲ ਜਾਂਦੇ ਸਨ। ਗਿਆਨਦਾਸ ਦਾ ਡੇਰਾ, ਸ਼ਹੀਦਾਂ ਦੀ ਮੱਟੀ ਤੇ ਹਲਟੀ ਵਾਲਾ ਗੁਰਦੁਆਰਾ ਇਸ ਪਿੰਡ ਦੀਆਂ ਦੁੱਖ ਦੇ ਸੁੱਖ ਦੇ ਜਾਣ ਵਾਲੀਆਂ ਥਾਵਾਂ ਸਨ। ਬਾਬੇ ਸੰਤੇ ਨਾਈ ਦੀਆਂ ਪੁੜੀਆਂ, ਕਪੂਰੀ ਝਿਓਰ ਦਾ ਹਥੌੜਾ ਜੁਆਕਾਂ ਦੇ ਖੰਘ ਤਾਪ ਤੇ ਦੁੱਖ ਦੀਆਂ ਅੱਖਾਂ ਦੇ ਇਲਾਜ ਸਨ। ਨਾ ਪਿੰਡ ਵਿੱਚ ਅਜੇ ਤੱਕ ਕੋਈ ਖੂਨ ਹੋਇਆ ਸੀ, ਨਾ ਇੱਥੇ ਕਦੇ ਠਾਣਾ ਉਤਰਿਆ ਸੀ। ਹਰਦੁਆਰ ਫੁੱਲ ਪਾਉਣ, ਪਹੋਏ ਨਹਾਉਣ ਤੇ ਨੈਣਾ ਦੇਵੀ ਦੀ ਸੁੱਖ ਦੇਣ ਲੋਕੀ ਬਿਸ਼ਨੇ ਪੁਰੋਹਿਤ ਦੀ ਸਲਾਹ ਲੈ ਕੇ ਪੀਪੀਆਂ ਵਿੱਚ ਪੰਜੀਰੀ ਪਾ, ਲੱਕ ਨਾਲ ਰੁਪਈਏ ਬੰਨ ਸੰਗ ਬਣਾ ਕੇ ਜਾਂਦੇ ਤੇ ਉੱਥੋਂ ਮੁੜਦੇ ਗਾਨੀਆਂ, ਗੰਗਾ ਜਲ ਤੇ ਖਿੱਲਾਂ ਲੈ ਕੇ ਆਉਂਦੇ। ਅਜਿਹੇ ਪਿੰਡ ਜਦੋਂ ਕਾਰ ਵਿੱਚ ਬੈਠ ਕੇ ਗਲ ਵਿੱਚ ਪਿਸਤੌਲ ਪਾਈ, ਅੱਗੇ 2 ਬੰਦੂਕ ਵਾਲੇ ਸਿਪਾਹੀਆਂ ਨਾਲ ਫੁੱਫੜ ਜੀ ਭੂਆ ਜੀ ਨੂੰ ਪੇਕੀ ਮਿਲਾਉਣ ਲਿਆਉਂਦੇ ਤਾਂ ਲੋਕੀ ਇੱਕ ਦੂਜੇ ਨੂੰ ਜਾ ਦੱਸਦੇ, ਬੀਬੀ ਗੁਲਾਬ ਘੁਰਾਈ ਹੈ,
ਨਾਲ ਪ੍ਰਾਹੁਣਾ ਹੈ, ਮੋਟਰ ਚਾਏ ਨੇ। ਨਹੀਂ ਮੈਂ ਮਰ ਜਾ, ਜਾਣੀ ਕੋਈ ਰਾਣੀ ਐ। ਇਹੋ ਜਿਹੇ ਤਾਂ ਕੱਪੜੇ ਹੀ ਨਹੀਂ ਕਦੇ ਦੇਖੇ ਜਿਹੋ ਜਿਹੇ ਉਸਨੇ ਪਾਏ ਹੋਏ ਨੇ। ਟੂਮਾਂ ਦਾ ਹੀ ਅੰਤ ਨਹੀਂ। ਲੈ ਪ੍ਰਾਹੁਣਾ ਸੁਪਰਡੈਂਟ ਹੈ ਪਟਿਆਲੇ, ਰਾਜੇ ਦੇ ਭਾਈਚਾਰੇ 'ਚੋਂ ਹੈ। ਅਖੇ ਦਰਬਾਰ 'ਚ ਰਾਜੇ ਦੇ ਪੈਰੀ ਹੱਥ ਲਾਉਂਦਾ, ਉਹਦਾ ਐਲਕਾਰ ਹੋਣ ਕਰਕੇ, ਪਰ ਅੱਗੋਂ ਪਿੱਛੋਂ ਉਹ ਇਹਦੇ ਪੈਰੀ ਹੱਥ ਲਾਉਂਦਾ, ਭਾਈਚਾਰੇ 'ਚੋਂ ਚਾਚਾ ਲੱਗਦਾ ਹੋਣ ਕਰਕੇ। ਲੋਕ ਗੱਲਾਂ ਕਰਦੇ। ਉਦੋਂ ਘਰ ਵਿੱਚ ਲੋਕਾਂ ਦਾ ਜਿਵੇਂ ਮੇਲਾ ਲੱਗ ਜਾਂਦਾ। ਕੁੜੀਆਂ ਚਿੜੀਆਂ ਨੂੰ ਕਪੂਰੀ ਝਿਓਰ ਬਥੇਰਾ ਆਖਦਾ, ਜਾਓ ਕੁੜੇ ਗਰਮੀ ਨਾ ਕਰੋ ਕੁੜੀ ਨੂੰ, ਪਰ ਕੌਣ ਸੁਣਦਾ। ਬਹੂਆਂ ਕੁੜੀਆਂ ਭੂਆ ਜੀ ਵੱਲ ਮੁੱਤਰ ਮੁੱਤਰ ਝਾਕਦੀਆਂ ਰਹਿੰਦੀਆਂ। ਸਿਆਮੋ ਨੈਣ ਫਟਾਫਟ ਚਾਹ ਧਰ ਦਿੰਦੀ, ਭੈਣੇ ਸ਼ਹਿਰੀਏ ਨੇ, ਪਹਿਲਾਂ ਚਾਹ ਪੀਣਗੇ। ਉਧਰ ਚੁਬਾਰਿਆਂ ਕੰਨੀ ਕੋਈ ਪਾਣੀ ਛਿੜਕ ਰਿਹਾ ਹੁੰਦਾ, ਕੋਈ ਮੰਜੇ ਵਿਛਾ ਰਿਹਾ ਹੁੰਦਾ, ਕੋਈ ਪੱਖਾ ਚੱਲ ਰਿਹਾ ਹੁੰਦਾ, ਕੋਈ ਮਲੌਦੋਂ ਸੋਡਾ ਬਰਫ਼ ਲੈਣ ਨੱਠ ਗਿਆ ਹੁੰਦਾ, ਕੋਈ ਮੁਰਗੇ ਕੱਟਣ ਜਾ ਲੱਗਦਾ, ਤੇ ਪਿੰਡ ਦੇ ਦਾਨੇ ਸਿਆਣੇ ਬੰਦੇ ਆ ਕੇ ਸਰਦਾਰ ਨੂੰ ਫਤਿਹ ਬੁਲਾਉਂਦੇ, ਪੈਂਦ ਕੰਨੀ ਡਹੇ ਮੰਜਿਆਂ ਤੇ ਬੈਠ ਜਾਂਦੇ। ਬਾਹਰ ਗਫੂਰ ਝਿੜਕ ਝਿੜਕ ਨਿਆਣਿਆਂ ਨੂੰ ਕਾਰ ਨੂੰ ਹੱਥ ਲਾਉਣੋਂ ਰੋਕਦਾ ਤੇ ਆਖਦਾ, ਸਾਡੀ ਮੋਟਰ ਹੈ, ਕੱਲ ਨੂੰ ਜਦੋਂ ਇਹ ਜਾਣਗੇ ਮੈਂ ਨਹਿਰ ਦੀ ਪਟੜੀ ਤਾਣੀ ਵਿੱਚ ਬੈਠ ਕੇ ਜਾਊਂਗਾ। ਕਾਰ ਵਿੱਚੋਂ ਵੱਡੀ ਸਾਰੀ ਇੱਕ ਫਲਾਂ ਦੀ ਤੇ ਇੱਕ ਮਠਿਆਈ ਦੀ ਟੋਕਰੀ ਸਿਪਾਹੀ ਅੰਦਰ ਲਿਆਉਂਦੇ। ਸਭ ਤੋਂ ਪਹਿਲਾਂ ਚਾਹ ਤੇ ਨਾਲ ਦੁੱਧ ਦਾ ਜੱਗ ਤੇ ਕੱਚ ਦੇ ਗਲਾਸ ਉੱਪਰ ਭੇਜੇ ਜਾਂਦੇ, ਨਾਲ ਮਠਿਆਈ ਵੀ। ਸੱਤਿਆਮਾਨ ਸਰਦਾਰ ਆਪ ਭੋਰਾ ਮੂੰਹ ਨੂੰ ਲਾਉਣ ਤੋਂ ਪਹਿਲਾਂ ਸਭ ਨੂੰ ਭੋਰਾ ਭੋਰਾ ਲੈਣ ਨੂੰ ਆਖਦਾ। ਨਿੱਕਾ ਛਿੰਬਾ ਸਭ ਨੂੰ ਦੁੱਧ ਪਾ ਪਾ ਫੜਾਉਂਦਾ, ਨਾ ਭਾਈ ਪਾਪ ਨਾ ਚੜਾਓ, ਧੀ ਦੇ ਘਰ ਦਾ ਕੁਛ ਨਹੀਂ ਖਾਣਾ। ਵਿੱਚੋਂ ਕੋਈ ਸਿਆਣਾ ਆਖਦਾ, ਲੈ ਸਣੇ ਵਿਆਜ ਦੇਊਗਾ ਆਪੇ ਤਾਇਆ। ਕੋਈ ਗਭਰੀਟ ਆਖ ਕੇ ਧੀ ਦੇ ਘਰ ਦੀ ਐਡੀ ਵਧੀਆ ਮਠਿਆਈ ਨਾ ਖਾਣ ਦੀ ਦਲੀਲ ਕੱਟ ਕੇ ਖੁਸ਼ ਕਰ ਦਿੰਦਾ। ਇਸ ਰਾਮ ਰੌਲੇ ਵਿੱਚ ਮਾਂ ਜਿਵੇਂ ਬੌਂਦਲੀ ਫਿਰਦੀ ਮੈਨੂੰ ਲੱਭ ਕੇ ਪੁੱਛਦੀ, ਤੂੰ ਕੁਛ ਖਾ ਲਿਆ? ਇਸ ਵਾਰੀ ਜਦੋਂ ਭੂਆ ਜੀ ਫੁੱਫੜ ਜੀ ਆਏ, ਉਹਨਾਂ ਦੇ ਨਾਲ ਤਕੜਾ ਉੱਚਾ ਸੋਹਣਾ ਇੱਕ ਜਵਾਨ ਵੀ ਸੀ। ਪੁੱਤ ਬੁਲਾ ਲੈ, ਦੇਖ ਤੇਰੇ ਕੰਨੀ ਕਿਵੇਂ ਝਾਕਦੀ ਹੈ। ਦੀਪ, ਇਹ ਤੇਰਾ ਬਾਪੂ ਜੀ ਹੈ। ਮਾਂ ਨੇ ਪਹਿਲੀ ਗੱਲ ਸੰਗਦੇ ਜਿਹੇ ਬਾਪੂ ਜੀ ਨੂੰ ਤੇ ਦੂਜੀ ਮੈਨੂੰ ਆਖੀ। ਬਾਪੂ ਜੀ ਮੇਰੀ ਵੱਲ ਦੇਖਦੇ ਰਹੇ। ਸ਼ੁਕਰ ਹੈ ਆਪਣੀ ਮਾਂ ਤੇ ਨਹੀਂ ਗਈ ਕਾਲੀ ਕਲੋਟੀ ਤੇ, ਨਹੀਂ ਤੇ ਨਸਲ ਹੀ ਬਦਲ ਜਾਣੀ ਸੀ। ਛੋਟੇ ਭੂਆ ਜੀ ਬੋਲੇ, ਇਸ ਨੂੰ ਗੁੱਡੀ ਜੀ ਨੂੰ ਤਾਂ ਮੈਂ ਲੈ ਜਾਣਾ ਆਪਣੇ ਨਾਲ ਹੀ। ਵੱਡੇ ਭੂਆ ਜੀ ਨੇ ਜਦੋਂ ਫੁੱਫੜ ਜੀ ਦੇ ਸਾਹਮਣੇ ਆਖਿਆ, ਕਿਸੇ ਦੀ ਨਾ ਕਰਨ ਦੀ ਹਿੰਮਤ ਨਹੀਂ ਪਈ। ਕਿਹੜੇ ਮੂੰਹ ਨਾਲ ਨਾ ਕਰਦੇ? ਦੂਜਾ ਵਿਆਹ ਕਰਵਾਏ ਨੂੰ ਵੀ 10 ਸਾਲ ਹੋ ਗਏ ਸਨ। ਫੁੱਫੜ ਜੀ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ। ਚੱਲੇਂਗੀ ਸਾਡੇ ਨਾਲ? ਉੱਥੇ ਆਪਣੀ ਕੋਠੀ ਹੈ, ਬਾਗ ਹੈ, ਬਹੁਤ ਸਾਰੇ ਖਿਡੌਣੇ ਨੇ, ਬੱਗੀ ਹੈ, ਨਾਲੇ ਉੱਥੇ ਪੜ੍ਹਨ ਲਾ ਦਿਆਂਗੇ, ਹੈ ਨਾ? ਭੂਆ ਜੀ ਨੇ ਮੈਨੂੰ ਪੁੱਛਿਆ। ਜਦੋਂ ਆਖਿਆ ਕਰੂ ਕਾਰ 'ਚ ਆ ਕੇ ਮਿਲਾ ਲਿਜਾਇਆ ਕਰਾਂਗੇ। ਫਿਰ ਭੂਆ ਜੀ ਦਾਦੀ ਮਾਂ ਵੱਲ ਝਾਕ ਕੇ ਬੋਲੇ। ਉਹਨੇ ਕੀ ਆਖਣਾ ਸੀ, ਪਰ ਮੈਨੂੰ ਪਤਾ ਉਸ ਰਾਤ ਦਾਦੀ ਮਾਂ ਨੇ ਰੋਟੀ ਨਹੀਂ ਸੀ ਖਾਧੀ। ਅਗਲੇ ਦਿਨ ਭੂਆ ਜੀ ਨੇ ਆਪ ਮੇਰੇ ਵਾਲ ਵਾਹੇ, ਨਵਾਂ ਫਰਾਕ ਪਾਇਆ, ਮੇਰੇ ਫਰਾਕ ਨੂੰ ਸੈਂਟ ਲਾਇਆ। ਹੈ ਕੁੜੇ ਬੀਬੀ ਗੁਲਾਬ ਕੁਰੇ, ਤੈਂ ਫਿਰ ਰਾਣੀਆਂ ਦੇਖੀਆਂ ਨੇ ਉੱਥੇ? ਕਿਹੋ ਜੀਆਂ ਹੁੰਦੀਆਂ ਨੇ? ਉੱਥੇ ਤਾਂ ਆਖੇ ਇੱਕ ਗੁਰਦੁਆਰਾ ਵੀ ਹੈ ਜਿੱਥੇ ਸੁੱਖਣਾ ਵਾਰ ਆਉਂਦੀਆਂ ਨੇ। ਆਖੇ ਉੱਥੇ ਚੀਰੇ ਬੜੇ ਸੋਹਣੇ ਰੰਗੀ ਦੇ ਨੇ। ਬਹੂਆਂ ਬੁੜੀਆਂ ਤੇ ਕੁੜੀਆਂ ਦੇ ਝੁਰਮਟ ਵਿੱਚ ਘਿਰੇ ਭੂਆ ਜੀ ਨੂੰ ਜੈਕੁਰ, ਨਿਹਾਲਕੁਰ, ਬਸੰਤੀ, ਸੰਤੀ, ਇੰਦੋ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੀਆਂ। ਇਸ ਭੀੜ ਭੜਾਕੇ ਜਿਹੇ ਵਿੱਚ ਸਭ ਤੋਂ ਅੱਖ ਬਚਾ ਕੇ ਉਹ ਸਾਂਵਲੀ ਸੁਨੱਖੀ ਜਵਾਨ ਲੜਕੀ ਜੋ ਚੁੱਪਚਾਪ ਘਰ ਵਿੱਚ ਕੰਮ ਕਰਦੀ ਤੁਰੀ ਫਿਰਦੀ ਹੁੰਦੀ ਸੀ, ਜਿਸ ਵੱਲ ਮੈਂ ਕਦੇ ਬਹੁਤਾ ਧਿਆਨ ਨਹੀਂ ਸੀ ਦਿੱਤਾ, ਉਸ ਦਿਨ ਮੈਨੂੰ ਸੱਦ ਕੇ ਪਿਛਲੇ ਅੰਦਰ ਲੈ ਗਈ। ਤੂੰ ਚੱਲੀ ਐ ਫਿਰ? ਆਖੋ ਮੇਰੇ ਸਿਰ ਤੇ, ਮੂੰਹ ਤੇ, ਬਾਹਾਂ ਤੇ ਹੱਥ ਫੇਰਦੀ, ਪਿਆਰ ਦਿੰਦੀ, ਛਮ ਛਮ ਰੋਈ ਜਾ ਰਹੀ ਸੀ। ਮੈਨੂੰ ਭੁੱਲ ਤਾਂ ਨਹੀਂ ਜਾਏਂਗੀ? ਮੈਨੂੰ ਚਿੱਠੀਆਂ ਪਾਇਆ ਕਰੇਂਗੀ?
ਤੇਰੇ ਬਿਨਾਂ ਮੇਰਾ ਜੀ ਕਿਵੇਂ ਲੱਗੂ? ਆਪਣੇ ਬਾਬਾ ਜੀ ਨੂੰ ਆਖਦੇ ਬਈ ਮੈਂ ਨਹੀਂ ਜਾਣਾ, ਤੇ ਇਹ ਮੇਰੀ ਬੀਬੀ ਸੀ। ਫਿਰ ਠੀਕ ਹੈ, ਅਸੀਂ ਲੈ ਜਾਈਏ ਨਾ ਦੀਪ ਨੂੰ? ਫੁੱਫੜ ਜੀ ਨੇ ਜਦੋਂ ਬਾਬਾ ਜੀ ਨੂੰ ਆਖਿਆ ਤਾਂ ਉਹ ਕੁਝ ਗੰਭੀਰ ਜਿਹੇ ਹੋ ਕੇ ਆਖਣ ਲੱਗੇ, ਹੁਣੇ ਲੈ ਕੇ ਜਾਣੀ ਹੈ? ਸ਼ਾਇਦ ਉਹਨਾਂ ਦਾ ਮਤਲਬ ਸੀ ਹੁਣ ਦਾ ਵੇਲਾ ਟਪਾਓ, ਫਿਰ ਦੇਖੀ ਜਾਊ। ਐਤਕੀ ਤਾਂ ਅਸੀਂ ਆਏ ਇਸ ਨੂੰ ਲੈਣਾ। ਭੂਆ ਜੀ ਨੇ ਜ਼ੋਰ ਪਾਇਆ। ਦੇਖੋ ਸਾਊ, ਲੈ ਬੇਸ਼ੱਕ ਜਾਓ, ਪਰ ਚੰਗੂ ਰੱਖਿਓ, ਸਾਨੂੰ ਤਾਂ ਇਹ 7 ਪੁੱਤਾਂ ਤੋਂ ਪਿਆਰੀ ਹੈ। ਬਾਕੀ ਖਰਚ ਸਾਲ ਦਾ ਮੈਂ ਹੀ ਦਿਆ ਕਰੂੰਗਾ ਇਸ ਦਾ, ਪੜ੍ਹਨ ਲਾ ਦਿਓ। ਮੈਂ ਸਭ ਕੁਝ ਸੁਣ ਰਹੀ ਸੀ, ਸਭ ਕੁਝ ਦੇਖ ਰਹੀ ਸੀ, ਪਰ ਇਸ ਰਾਮ ਰੌਲੇ ਜਿਹੇ ਵਿੱਚ ਕੁਝ ਵੀ ਸੋਚ ਨਹੀਂ ਸੀ ਰਹੀ, ਕੁਝ ਵੀ ਮਹਿਸੂਸ ਨਹੀਂ ਸੀ ਕਰ ਰਹੀ। ਆਥਣੇ ਡਿੱਕ ਡੋਲੇ ਖਾਂਦੀ ਪਹਾ ਲੰਘਾ ਕੇ ਕਲਰਾਂ ਵਿੱਚੋਂ ਹੁੰਦੀ ਕਾਰ ਜਦੋਂ ਪਿੰਡ ਦੀ ਚੂਹ ਛੱਡ ਕੇ ਜਰਗ ਦੇ ਪੁਲਾਂ ਤੋਂ ਨਹਿਰ ਦੀ ਪਟੜੀ ਆ ਚੜ੍ਹੀ, ਮੇਰੇ ਅਜੀਬ ਕਿਸਮ ਦਾ ਹੌਲ ਪਿਆ ਤੇ ਮੈਂ ਪਿਛਲੇ ਸ਼ੀਸ਼ੇ ਵਿੱਚੋਂ ਮੁੜ ਕੇ ਪਿੰਡ ਵੱਲ ਝਾਕੀ। ਆਪਾਂ ਅੱਜ ਹੀ ਜਾ ਕੇ ਨਵੀਆਂ ਫਰਾਕਾਂ ਲਵਾਂਗੇ ਪੰਨਾ ਲਾਲ ਦੀ ਦੁਕਾਨ ਤੋਂ ਤੇ ਘਾਵਾ ਰਾਮ ਦੀ ਦੁਕਾਨ ਤੋਂ ਖਿਡੌਣੇ, ਨਾਲੇ ਉੱਥੇ ਤੇਰੀ ਇੱਕ ਹੋਰ ਬੇਜੀ ਵੀ ਹੈ। ਫੁੱਫੜ ਜੀ ਨੇ ਸਿਰ ਤੇ ਹੱਥ ਫੇਰ ਕੇ ਆਖਿਆ, ਆਪਾਂ ਕੱਲ੍ਹ ਹੀ ਮਿਲਣ ਆ ਜਾਾਂਗੇ। ਭੂਆ ਜੀ ਨੇ ਮੇਰੀਆਂ ਭਰੀਆਂ ਅੱਖਾਂ ਵੱਲ ਝਾਕ ਕੇ ਆਖਿਆ, ਤੇ ਕਾਰ ਨਹਿਰ ਦੇ ਕੰਢੇ ਤੁਰੀ ਜਾ ਰਹੀ ਸੀ ਤੇ ਨਾਲ ਹੀ ਨਹਿਰ ਤੁਰੀ ਜਾ ਰਹੀ ਸੀ। ਹਨੇਰਾ ਪੈਣ ਤੋਂ ਪਹਿਲਾਂ ਅਸੀਂ ਪਟਿਆਲੇ ਪਹੁੰਚ ਗਏ। ਇਹ ਕੋਠੀ, ਬਾਗ, ਤਲਾਅ, ਨੌਕਰ, ਬੱਗੀ, ਕਮਰਿਆਂ ਵਿੱਚ ਵੱਡੇ ਸ਼ੀਸ਼ੇ, ਸੋਫੇ, ਕੁਰਸੀਆਂ, ਕਾਲੀਨ, ਨਿੱਕੇ ਜੱਤਲ ਕੁੱਤੇ, ਪਿੰਜਰੇ ਵਿੱਚ ਮੈਨਾ, ਸਭ ਕੁਝ ਹੀ ਓਪਰਾ ਲੱਗਿਆ। ਤੇ ਉਸ ਰਾਤ ਆਪਣੇ ਆਪ ਨਾਲ ਗੱਲਾਂ ਕਰਦੀ ਸਰਾਣੇ ਵਿੱਚ ਮੂੰਹ ਦੇ ਕੇ ਬਹੁਤ ਦੇਰ ਤੱਕ ਮੈਂ ਚੁੱਪਚਾਪ ਰੋਂਦੀ ਰਹੀ। ਅਗਲੇ ਦਿਨ ਭੂਆ ਜੀ ਪਰਦਿਆਂ ਵਾਲੀ ਕਾਰ ਵਿੱਚ ਬਿਠਾ ਕੇ ਨੇਰੇ ਗੁਰਦੁਆਰੇ ਲੈ ਕੇ ਗਏ। ਗੇਂਦਾ ਰਾਮ ਨਾਲ ਕਾਲੀ ਦੇਵੀ ਦਾ ਮੰਦਿਰ ਦੇਖਣ ਭੇਜਿਆ। ਘਾਵਾ ਰਾਮ ਦਿਓ ਕਿੰਨੇ ਹੀ ਖਿਡੌਣੇ ਆ ਗਏ, ਪਰ ਮੇਰਾ ਮਨ ਕਰੇ ਇਹ ਖਿਡੌਣੇ, ਜਿਨ੍ਹਾਂ ਵਿੱਚ ਇੱਕ ਵਲੈਤੀ ਗੁੱਡੀ ਵੀ ਸੀ, ਲੈ ਕੇ ਪਿੰਡ ਮਾਂ ਕੋਲ ਚਲੀ ਜਾਵਾਂ। ਤੀਸਰੇ ਦਿਨ ਆਥਣੇ ਬਾਬਾ ਜੀ ਆ ਗਏ। ਆਖਣ ਲੱਗੇ, ਮੈਂ ਆਖਿਆ ਪਤਾ ਲਿਆਵਾਂ ਬਈ ਦੀਪ ਦਾ ਜੀ ਲੱਗ ਗਿਆ, ਤੇ ਨਾਲੇ ਬੜੇ ਉਦਾਸ ਮੂੰਹ ਨਾਲ ਦੱਸਿਆ, ਪੰਡਤ ਤਾਂ ਆਖਦਾ ਸੀ ਐਤਕੀ ਸ਼ਰਤੀਆ ਲੜਕਾ ਹੋਊ, ਪਰ ਫੇਰ ਲੜਕੀ ਉਹ ਹੋ ਗਈ। ਲੈ ਹੈ, ਭੋਰਾ ਭਰ ਦੇ ਮੁੰਡੇ ਦੇ 3 ਧੀਆਂ ਹੋ ਗਈਆਂ, 5 ਸਾਲ ਅਜੇ ਵਿਆਹ ਨੂੰ ਨਹੀਂ ਹੋਏ। ਭੂਆ ਜੀ ਆਖ ਰਹੇ ਸਨ, ਜਿੱਥੇ ਲੋੜ ਹੁੰਦੀ ਹੈ ਉੱਥੇ ਦਿੰਦਾ ਨਹੀਂ ਰੱਬ, ਇਹ ਸਾਡੇ ਹੋ ਜਾਂਦੀ। ਵੱਡੇ ਭੂਆ ਜੀ ਨੇ ਇੱਕ ਵੇਲੇ ਦਾਤਣ ਕਰਦਿਆਂ ਆਖਿਆ, ਚਲੋ ਸਾਊ, ਇਹਨਾਂ ਨੇ ਆਪਣੇ ਭਾਗ ਖਾਣੇ ਨੇ। ਬਾਬਾ ਜੀ ਬੋਲੇ, ਆਈਆਂ ਗਲ ਲਾਈਆਂ, ਹੁਣ ਸਿੱਟੀਆਂ ਥੋੜੇ ਜਾਂਦੀਆਂ ਨੇ। ਚੱਲ ਤੁਹਾਡੇ ਕੋਲ ਤਾਂ 2 ਹੀ ਹੋਈਆਂ, ਦੀਪ ਤਾਂ ਹੁਣ ਸਾਡੀ ਹੋ ਗਈ। ਭੂਆ ਜੀ ਆਖ ਰਹੇ ਸਨ। ਬਾਬਾ ਜੀ ਨੇ ਇਸ ਗੱਲ ਦਾ ਜਵਾਬ ਨਹੀਂ ਸੀ ਦਿੱਤਾ, ਪਰ ਲੱਗਦਾ ਸੀ ਇਸ ਗੱਲ ਨਾਲ ਉਹਨਾਂ ਦਾ ਮੂੰਹ ਕਸੈਲਾ ਹੋ ਜਾਂਦਾ ਸੀ। ਚਲੋ ਅਜੇ ਤੁਹਾਡੇ ਕੋਲ ਹੈ, ਪਰ ਵਿਆਹ ਇਸ ਦਾ ਮੈਂ ਆਪਣੇ ਘਰੇ ਹੀ ਕਰੂੰ। ਬਾਬਾ ਜੀ ਨੇ ਗੰਭੀਰ ਹੋ ਕੇ ਆਖਿਆ, ਲੈ ਸੁਣੋ, ਅਜੇ 4 ਸਾਲਾਂ ਦੀ ਹੋਈ ਨਹੀਂ ਤੇ ਇਹਨਾਂ ਨੂੰ ਵਿਆਹ ਦਾ ਫਿਕਰ ਪੈ ਗਿਆ। ਫੁੱਫੜ ਜੀ ਰੇਡੀਓ ਦੀ ਸੂਈ ਇੱਧਰ ਉੱਧਰ ਘੁਮਾਉਂਦੇ ਬੋਲੇ, ਧੀਆਂ ਦਾ ਤਾਂ ਜੰਮਦੀਆਂ ਦਾ ਹੀ ਮਾਪਿਆਂ ਨੂੰ ਫਿਕਰ ਪੈ ਜਾਂਦਾ। ਵੱਡੇ ਭੂਆ ਜੀ ਆਖ ਰਹੇ ਸਨ, ਦੇਖੀਏ ਫਿਰ ਹੁਣ ਕੋਈ ਸਰਦਾਰਾਂ ਦਾ ਮੁੰਡਾ ਜਿਹਦੀ ਮਾਂ ਮਰੀ ਹੋਈ ਹੋਵੇ। ਫੁੱਫੜ ਜੀ ਨੇ ਮਜ਼ਾਕ ਕੀਤਾ, ਲੈ 1 ਮਰੀ ਹੋਈ ਹੋਊ, 2 ਮਰੀਆਂ ਹੋਈਆਂ ਹੋਣਗੀਆਂ, ਸਾਰੀਆਂ ਥੋੜੇ ਮਰੀਆਂ ਹੋਈਆਂ ਹੋਣਗੀਆਂ ਮੁੰਡੇ ਦੀਆਂ ਮਾਵਾਂ। ਇੱਥੇ ਹੈ ਕਿਹੜਾ ਸਰਦਾਰ ਜਿਹਦੇ 2-4 ਤੋਂ ਘੱਟ ਵਹੁਟੀਆਂ ਹੋਣ। ਵੱਡੇ ਭੂਆ ਜੀ ਦੱਸ ਰਹੇ ਸਨ, ਇਹ ਸਭ ਕੁਝ ਮੈਨੂੰ ਕਿਵੇਂ ਯਾਦ ਹੈ? ਇਹ ਸਭ ਕੁਝ ਨਹੀਂ, ਬਹੁਤ ਕੁਝ ਵਿੱਚੋਂ ਕੁਝ ਹੈ ਜੋ ਯਾਦ ਹੈ। ਉਹ ਫਰਾਕ ਵਾਲੀ ਨਿੱਕੀ ਜਿਹੀ ਕੁੜੀ ਜੋ ਮੈਂ ਕਦੇ ਸੀ, ਉਸ ਨੂੰ ਤੁਰਦੀ ਫਿਰਦੀ ਨੂੰ ਮੈਂ ਅਜੇ ਵੀ ਦੇਖ ਸਕਦੀ ਹਾਂ। ਕੁਝ ਦਿਨਾਂ ਮਗਰੋਂ ਘਿਓ ਦੀ ਪੀਪੀ, ਦੋਵੇਂ ਭੂਆ ਜੀਆਂ ਲਈ ਚਾਂਦੀ ਦੀਆਂ ਪੰਜੇਬਾਂ,
ਕੁਝ ਰੇਸ਼ਮੀ ਲੀੜੇ, ਫੁੱਫੜ ਜੀ ਲਈ ਕੰਬਲ ਤੇ ਮੇਰੇ ਲਈ ਕੁੜੀਆਂ ਤੋਂ ਬਣਵਾ ਕੇ ਲਿਆਂਦੀ ਮੋਤੀਆਂ ਦੀ ਸੱਗੀ ਫੁੱਲਾਂ ਵਾਲੀ ਗੁੱਡੀ ਲੈ ਕੇ ਦਾਦੀ ਮਾਂ ਆ ਗਈ। ਉਹ ਸੰਧਾਰਾ ਲੈ ਕੇ ਆਈ ਸੀ, ਨਾਲ ਸੰਤਾ ਰਨਾਈ ਸੀ। ਉਸ ਰਾਤ ਮੈਂ ਮਾਂ ਦੇ ਨਾਲ ਹੀ ਸੁੱਤੀ। ਜੀ ਲਾ ਕੇ ਪੜ੍ਹੀ ਮੇਰੀ ਧੀ, ਨਾਲੇ ਤੇਰੇ ਬਾਬਾ ਜੀ ਨੇ ਪੈਸੇ ਭੇਜੇ ਨੇ। ਉਸਨੇ ਟੀਨ ਦੀ ਭੀੜੇ ਮੂੰਹ ਵਾਲੀ ਦਵਾਤ ਵਿੱਚ ਪਾਈ ਪਾਨ ਮੈਨੂੰ ਦਿੰਦਿਆਂ ਆਖਿਆ, ਰੋਜ਼ ਸਕੂਲ ਜਾਂਦੀ ਇਸ ਚੋਂ ਕੱਢ ਕੇ ਲੈ ਜਾਈਂ। ਉਹ ਆਖ ਰਹੀ ਸੀ, ਮੈਂ ਨਹੀਂ ਪੜ੍ਹਨਾ। ਮੈਂ ਆਖਿਆ, ਨਾ ਮੇਰੀ ਰਾਣੀ ਧੀ, ਇਉਂ ਨਹੀਂ ਆਖੀਦਾ। ਕਿਉਂ ਪੜ੍ਹਨਾ ਕਾਹਤੋਂ ਨਹੀਂ? ਫਿਰ ਆਪਣੇ ਹੱਥੀਂ ਲਿਖ ਕੇ ਤੂੰ ਮੈਨੂੰ ਕਾਟ ਪਾ ਦਿਆ ਕਰੀ। ਮੈਂ ਇੱਕ ਦਿਨ ਜਾ ਕੇ ਦੇਖ ਲਿਆ, ਮੈਂ ਤਾਂ ਪੜ੍ਹਨਾ ਹੀ ਨਹੀਂ। ਤੇ ਇਸ ਤੋਂ ਮਗਰੋਂ ਅਗਲੇ ਦਿਨ, ਉਸ ਤੋਂ ਵੀ ਅਗਲੇ ਦਿਨ, ਕਦੇ ਵਡਿਆ ਕੇ ਕਦੇ ਘੂਰ ਕੇ ਸਾਰੇ ਜ਼ੋਰ ਲਾ ਰਹੇ। ਪਰ ਮੈਂ ਆਖਿਆ, ਮੈਂ ਸਕੂਲ ਨਹੀਂ ਜਾਣਾ, ਮੈਂ ਪੜ੍ਹਨਾ ਨਹੀਂ। ਦੋਵੇਂ ਭੂਆ ਜੀ ਜਦੋਂ ਹੰਬ ਹਾਰ ਹਟੇ, ਫੁੱਫੜ ਜੀ ਨੇ ਆਖਿਆ, ਠੀਕ ਹੈ, ਮੇਰਾ ਬੇਟਾ ਸਕੂਲ ਨਹੀਂ ਜਾਊਗਾ, ਬਿਲਕੁਲ ਨਹੀਂ ਪੜ੍ਹਨਾ। ਤੇ ਉਹਨਾਂ ਨੇ ਬਾਕੀਆਂ ਨੂੰ ਵੀ ਆਖ ਦਿੱਤਾ, ਕੋਈ ਇਹਨੂੰ ਸਕੂਲ ਜਾਣ ਲਈ ਨਾ ਆਖੇ। ਫਿਰ ਕਿਸੇ ਨੇ ਸਕੂਲ ਜਾਣ ਲਈ ਨਾ ਆਖਿਆ। ਪਰ ਕਦੇ-ਕਦੇ ਛੋਟੇ ਬੇਜੀ ਜਾਂ ਵੱਡੇ ਬੇਜੀ, ਅਸਲ 'ਚ ਭੂਆ ਜੀ ਜਿਨ੍ਹਾਂ ਨੂੰ ਹੁਣ ਮੈਂ ਬੇਜੀ ਆਖਦੀ ਸੀ, ਆਖਦੇ, ਪੜ੍ਹੇਂਗੀ ਨਹੀਂ ਤਾਂ ਜੱਟਾਂ ਦੇ ਘਰ ਵਿਆਹ ਹੋਊ, ਗੋਹਾ ਕੂੜਾ ਕਰਿਆ ਕਰੀ। ਪੜ੍ਹੇਂਗੀ ਨਹੀਂ ਤਾਂ ਅਨਪੜ੍ਹ ਰਹਿ ਜਾਏਂਗੀ। ਪੜ੍ਹੇਂਗੀ ਨਹੀਂ ਤਾਂ ਸ਼ਊਰ ਕਿਵੇਂ ਆਊ? ਪੜ੍ਹੇਂਗੀ ਨਹੀਂ ਤਾਂ। ਪਰ ਮੈਂ ਆਖਦੀ ਸੀ, ਮੈਂ ਨਹੀਂ ਪੜ੍ਹਨਾ।